ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦੋਸਤ ਨੇ ਆਪਣੀ ਜ਼ਿੰਦਗੀ ਦੀ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲਈ ਭੇਜੀ ਹੈ ਕਿ ਮੇਰਾ ਨਾਮ ਨਾ ਦੱਸੀ, ਪਰ ਉਹ ਲੋਕਾਂ ਤੱਕ ਆਪਣੀ ਗਾਥਾ ਪਹੁੰਚਾਉਣੀ ਚਾਹੁੰਦਾ ਹੈ, ਖਾਸ ਕਰ ਨੌਜਵਾਨਾਂ ਤੱਕ। ਸਭ ਤੋਂ ਪਹਿਲਾਂ ਸਾਫ਼ ਸ਼ਬਦਾਂ ਵਿੱਚ ਦੱਸ ਦੇਵਾਂ ਕਿ ਇਹ ਕੋਈ ਮਨ ਘੜੰਤ ਕਹਾਣੀ ਨਹੀਂ ਹੈ, ਮੇਰੀ ਜ਼ਿੰਦਗੀ ਦਾ ਸੱਚ ਹੈ। ਤੇ ਇਸ ਸੱਚ ਦੇ ਉਹ ਸਭ ਗਵਾਹ ਨੇ ਜਿਨ੍ਹਾਂ ਨੇ ਮੇਰੇ ਨੇੜੇ ਜਾਂ ਦੂਰ ਹੋ ਕੇ ਮੇਰੀ ਜ਼ਿੰਦਗੀ ਦੇ ਇਸ ਦੌਰ ਨੂੰ ਵੇਖਿਆ ਆ। ਪੰਜਾਬ ਵਿੱਚ ਇੱਕ ਆਮ ਜਿਹੇ ਨੌਕਰੀ ਪੇਸ਼ਾ ਘਰ ਵਿੱਚ ਜੰਮਿਆ ਪਲਿਆ ਸਾਡਾ ਪੁਸ਼ਤੈਨੀ ਪਿੰਡ ਸਿੱਖ ਇਤਿਹਾਸ ਦੇ ਛੋਟੇ ਘੱਲੂਘਾਰਾ ਸਾਹਿਬ ਗੁਰਦੁਆਰੇ ਦੇ ਬਿਲਕੁਲ ਨਾਲ ਹੈ। ਸਾਡੀ ਜ਼ਮੀਨ ਵੀ ਗੁਰਦੁਆਰਾ ਸਾਹਿਬ ਤੋਂ 2 ਕੁ ਕਿੱਲੇ ਹਟਵੀਂ ਹੈ। ਬਾਪੂ ਹੋਰੀ ਦੱਸਦੇ ਹੁੰਦੇ ਆ ਕਿ ਪਹਿਲਾਂ ਗੁਰਦੁਆਰਾ ਨਹੀਂ ਸੀ ਹੁੰਦਾ। ਸਾਡੇ ਦਾਦੇ ਹੋਰਾਂ ਤੇ ਪਿੰਡ ਦੇ ਹੋਰ ਕੁਝ ਬੰਦਿਆਂ ਨੇ ਇਸ ਥਾਂ ਇੱਕ ਬੇਰੀ ਦੇ ਦੁਆਲੇ ਕੁਝ ਪੁਰਾਣੇ ਸ਼ਸਤਰ ਤੇ ਉਹਨਾਂ ਦੇ ਟੋਟੇ ਮਿਲੇ ਸੀ, ਜਿਸ ਕਰਕੇ ਉਹਨਾਂ ਨੇ ਘੱਲੂਘਾਰੇ ਦੀ ਯਾਦਗਾਰ ਬਣਾ ਦਿੱਤੀ ਤੇ ਉਸੇ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਘੱਲੂਘਾਰਾ ਸਾਹਿਬ ਬਣਿਆ ਹੋਇਆ। ਖੈਰ, ਮੈਂ ਉਸ ਪਿੰਡ ਵਿੱਚ ਜੰਮਿਆ ਪਲਿਆ ਨਹੀਂ। ਮੇਰੇ ਬੇਬੇ ਬਾਪੂ ਦੀ ਨੌਕਰੀ ਕਰਕੇ ਉਹ ਦੋਵੇਂ ਦੁਆਬੇ ਵਿੱਚ ਫਲੌਰ ਤੋਂ ਨਵਾਂ ਸ਼ਹਿਰ ਆਉਣ ਵਾਲੀ ਸੜਕ ਤੇ ਇੱਕ ਪਿੰਡ ਵਿੱਚ ਆ ਵਸੇ। ਇੱਥੇ ਹੀ ਮੇਰਾ ਜਨਮ ਹੋਇਆ। ਉਹ ਦੌਰ ਜਦੋਂ ਸਿੱਖ ਨੌਜਵਾਨੀ ਦਾ ਸ਼ਿਕਾਰ ਖੁੱਲ੍ਹ ਕੇ ਖੇਡਿਆ ਜਾਂਦਾ ਸੀ, ਮੈਂ ਉਦੋਂ ਤੁਰਨਾ ਸਿੱਖ ਰਿਹਾ ਸੀ। ਮੈਂ ਉਸ ਦੌਰ ਦੀ ਵੀ ਗੱਲ ਨਹੀਂ ਸੁਣਾਉਣ ਲੱਗਾ, ਮੈਂ ਆਪਣੀ ਜ਼ਿੰਦਗੀ ਬਾਰੇ ਦੱਸਣ ਲੱਗਾ ਹਾਂ। ਮੇਰੀ ਬੇਬੇ ਨੇ ਛੋਟੇ ਹੁੰਦਿਆਂ ਤੋਂ ਸਿੱਖ ਰਹੁ ਰੀਤਾਂ ਬਾਰੇ ਜਾਣਕਾਰੀ ਦਿੱਤੀ। ਚਾਅ ਨਾਲ ਗੁਰਦੁਆਰੇ ਜਾਣਾ, ਹੌਲੀ ਹੌਲੀ ਗੁਰਮੁਖੀ ਪੜ੍ਹ ਕੇ ਪਾਠ ਕਰਨ ਦਾ ਵੱਲ ਵੀ ਆ ਗਿਆ। ਮੇਰੀ ਬੇਬੇ ਹੁਣ ਤੱਕ ਨਿਯਮ ਨਾਲ ਪਾਠ ਕਰਦੀ ਹੈ। ਸਮਾਂ ਆਪਣੀ ਤੋਰ ਤੁਰਦਾ ਗਿਆ। ਸਕੂਲੀ ਪੜ੍ਹਾਈ ਤੋਂ ਬਾਅਦ ਡਿਪਲੋਮਾ ਤੇ ਫਿਰ ਡਿਗਰੀ ਵਿੱਚ ਦਾਖਲਾ ਮਿਲ ਗਿਆ। ਡਿਗਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਬਾਪੂ ਅਮਰੀਕਾ ਆ ਗਿਆ ਤੇ ਖਤਮ ਹੁੰਦੇ ਹੁੰਦੇ ਤੱਕ ਬੇਬੇ ਵੀ ਅਮਰੀਕਾ ਚਲੀ ਗਈ। ਵਾਹਿਗੁਰੂ ਦੀ ਕਿਰਪਾ ਨਾਲ ਮੈਂ ਵੀ ਇੰਗਲੈਂਡ ਪੜ੍ਹਾਈ ਲਈ ਚਲਾ ਗਿਆ। ਇਹ ਗੱਲ ਸੰਨ 2006 ਦੀ ਆ। ਮੈਂ ਇੰਗਲੈਂਡ ਆ ਕੇ ਆਪਣੇ ਆਪ ਨੂੰ ਬੜਾ ਨਾਡੂ ਖਾਂ ਸਮਝਣ ਲੱਗ ਪਿਆ ਸੀ। ਬਹੁਤਾ ਭਲਵਾਨ ਤਾਂ ਨਹੀਂ ਸੀ, ਪਰ ਸਰੀਰ ਤਗੜਾ ਸੀ। ਸ਼ਕਲ ਸੂਰਤ ਵੀ ਵਾਹਵਾ ਵਧੀਆ ਸੀ। ਤੋਂ ਇੰਗਲੈਂਡ ਉਚੇਰੀ ਪੜ੍ਹਾਈ ਦਾ ਵੀਜ਼ਾ ਮਿਲ ਜਾਣ ਕਰਕੇ ਮੋਢਿਆਂ ਉੱਪਰੋਂ ਥੁੱਕਣ ਲੱਗ ਪਿਆ ਸੀ। ਮੇਰੀ ਬੇਬੇ ਨੇ ਫੋਨ ਤੇ ਕਿਹਾ ਕਰਨਾ ਕਿ ਜਦੋਂ ਤਨਖਾਹ ਮਿਲੇ ਤਾਂ ਦਸਵੰਧ ਜ਼ਰੂਰ ਕੱਢਿਆ ਕਰ, ਗੁਰੂ ਘਰ ਜਾਇਆ ਕਰ। ਪਰ ਜਵਾਨੀ ਦੇ ਨਸ਼ੇ ਵਿੱਚ ਹਾਂ ਹੂੰ ਕਰ ਛੱਡਣੀ। ਕਦੇ ਕਦੇ ਕਹਿ ਦੇਣਾ, ਉਹ ਬੇਬੇ ਰੱਬ ਨੇ ਕਿਹੜਾ ਕਿਤੇ ਚਲੇ ਜਾਣਾ, ਤੇ ਮੈਂ ਵੀ ਭੱਜ ਨਹੀਂ ਜਾਣਾ ਕਿਤੇ, ਇੱਕੋ ਵਾਰੀ ਹਿਸਾਬ ਇਕੱਠਾ ਹੀ ਕਰ ਲਵਾਂਗੇ। ਐਵੇਂ ਕਿ ਹਫ਼ਤੇ 2 ਹਫ਼ਤੇ ਬਾਅਦ ਪੈਸਿਆਂ ਦਾ ਲੈਣ ਦੇਣ ਕਰਦੇ ਫਿਰਾਂਗੇ। ਬੇਬੇ ਨੇ ਬੜਾ ਸਮਝਾਉਣਾ, ਪਰ ਆਪਾਂ ਕਿੱਥੇ ਮੰਨਦੇ ਸੀ। ਕਾਮਰੇਡਾਂ ਵਾਲਾ ਥੋੜ੍ਹਾ ਥੋੜ੍ਹਾ ਪਰਛਾਵਾਂ ਪੈਂਦਾ ਸੀ ਉਦੋਂ। ਇਹ ਵੀ ਨਹੀਂ ਸੀ ਕਿ ਮੈਂ ਪੱਕਾ ਨਾਸਤਕ ਹੋ ਗਿਆ ਸੀ, ਬਸ ਜਵਾਨੀ ਦੇ ਨਸ਼ੇ ਵਿੱਚ ਰੱਬ ਨੂੰ ਝੇਡਾਂ ਜੀਆਂ ਕਰਨ ਲੱਗ ਪਿਆ ਸੀ। ਵੈਸੇ ਕਦੇ ਰੱਬ ਤੋਂ ਭਰੋਸਾ ਨਹੀਂ ਸੀ ਉੱਠਿਆ, ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਸੀ ਦੁਖਾਇਆ। ਰੱਬ ਤੇ ਭਰੋਸਾ ਵੀ ਸੀ। ਅਗਲੇ ਸਾਲ ਮੇਰੇ ਘਰਦਿਆਂ ਨੇ ਚੰਗੀ ਗੂੜੀ ਜਾਣ ਪਛਾਣ ਵਿੱਚੋਂ ਅਮਰੀਕਾ ਦੀ ਇੱਕ ਕੁੜੀ ਲੱਭ ਕੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਮੈਂ ਇੰਗਲੈਂਡ ਤੋਂ ਪੰਜਾਬ ਆ ਕੇ ਮੰਗਣੀ ਕਰਵਾ ਲਈ ਤੇ ਵਾਪਸ ਲੰਡਨ ਆ ਗਿਆ। ਪਰ 1-2 ਮਹੀਨੇ ਬਾਅਦ ਹੀ ਮੈਂ ਬਿਮਾਰ ਹੋ ਗਿਆ। ਟਾਇਲਟ ਵਿੱਚ ਖੂਨ ਆਉਣ ਲੱਗ ਪਿਆ। ਪਹਿਲਾਂ ਤਾਂ ਬਹੁਤੀ ਗੱਲ ਹੀ ਨਾ ਗੌਲੀ, ਪਰ ਫਿਰ ਬਿਮਾਰੀ ਵੱਧਦੀ ਗਈ। ਜਦੋਂ ਤੱਕ ਇੰਗਲੈਂਡ ਦੇ ਡਾਕਟਰਾਂ ਦੇ ਸਮਝ ਵਿੱਚ ਪਈ ਕਿ ਮੈਨੂੰ ਅਲਸਰ ਦੀ ਤਕਲੀਫ ਹੈ, ਉਦੋਂ ਤੱਕ ਵਾਧਾ ਵੱਧ ਕੇ ਬਹੁਤ ਹੋ ਗਿਆ ਸੀ। 80 ਕਿਲੋ ਭਾਰ ਘਟ ਕੇ 45 ਹੋ ਗਿਆ ਸੀ। ਮੰਜੇ ਨਾਲ ਲੱਗ ਕੇ ਹੱਡੀਆਂ ਦੀ ਮੁੱਠ ਹੋ ਗਿਆ। ਬੇਬੇ ਬਾਪੂ ਨੇ ਅਮਰੀਕਾ ਬੈਠੇ ਰੋਈ ਜਾਣਾ ਤੇ ਮੈਂ ਬਿਸਤਰੇ ਤੇ ਇਕੱਲੇ ਪਏ ਨੇ ਲੁਕਾ ਲੁਕਾ ਕੇ ਹੰਝੂ ਪੂੰਝੀ ਜਾਣੇ। ਬੇਬੇ ਨੇ ਕਹਿਣਾ, ਪਾਠ ਕਰਿਆ ਕਰ ਪੁੱਤ। ਤੇ ਮੈਂ ਜਿਵੇਂ ਰੱਬ ਤੋਂ ਰੁੱਸਿਆ ਪਿਆ ਸੀ, ਪਰ ਰੱਬ ਮੇਰੇ ਤੋਂ ਨਹੀਂ ਸੀ ਰੁੱਸਿਆ। ਮੈਂ ਦੱਸ ਦੇਵਾਂ ਕਿ ਵੀਜ਼ੇ ਦੀਆਂ ਮੁਸ਼ਕਲਾਂ ਕਰਕੇ ਨਾ ਤਾਂ ਬੇਬੇ ਬਾਪੂ ਮੇਰੇ ਕੋਲ ਆ ਸਕਦੇ ਸੀ ਤੇ ਨਾ ਮੈਂ ਉਹਨਾਂ ਕੋਲ ਜਾ ਸਕਦਾ ਸੀ। ਪਰ ਲੰਡਨ ਵਿੱਚ ਜਿਹੜੇ ਭਾਜੀ ਤੇ ਭਾਬੀ ਨੇ ਮੈਨੂੰ ਆਪਣੇ ਕੋਲ ਰੱਖਿਆ, ਸਕਿਆਂ ਤੋਂ ਵੱਧ ਖਿਆਲ ਰੱਖਿਆ। ਇੱਥੋਂ ਤੱਕ ਕਿ ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਕਦੇ ਕਮਰੇ ਦਾ ਕਿਰਾਇਆ ਵੀ ਦਿੱਤਾ ਹੋਵੇ ਜਾਂ ਕਦੇ ਰਾਸ਼ਨ ਵਿੱਚ ਹਿੱਸਾ ਪਾਇਆ ਹੋਵੇ। ਉਲਟਾ ਭਾਜੀ ਤੇ ਭਾਬੀ ਨੇ ਮੇਰੇ ਮੰਜੇ ਤੇ ਪਏ ਦੀ ਹਰ ਫਰਮਾਇਸ਼ ਪੂਰੀ ਕਰਨੀ। ਜੇ ਅੱਧੀ ਰਾਤ ਨੂੰ ਵੀ ਮੈਂ ਕਿਹਾ ਕਿ ਕੁਝ ਖਾਣਾ ਹੈ ਤਾਂ ਭਾਬੀ ਨੇ ਤਾਜ਼ਾ ਬਣਾ ਕੇ ਦੇਣਾ, ਜਿਵੇਂ ਰੱਬ ਆਪ ਆ ਕੇ ਮੇਰਾ ਖਿਆਲ ਰੱਖਦਾ ਹੋਵੇ। ਇਲਾਜ ਦੇ ਲਈ ਮੈਂ ਕਦੇ ਪੰਜਾਬ ਤੇ ਕਦੇ ਲੰਡਨ ਗੇੜਿਆਂ ਵਿੱਚ ਪਏ ਰਹਿਣਾ। ਬਿਸਤਰੇ ਤੇ ਪਏ ਬੰਦੇ ਨੂੰ ਇੰਨਾ ਸਫ਼ਰ ਕਰਨਾ ਕਿੰਨਾ ਔਖਾ ਹੈ, ਇਹ ਮੈਨੂੰ ਹੀ ਪਤਾ।
ਮੈਨੂੰ ਦਿੱਲੀ ਤੋਂ ਲੈਣ ਜਾਂ ਛੱਡਣ ਵਾਲਿਆਂ ਨੂੰ ਪਤਾ ਕਿ ਹਰ 15-15 ਮਿੰਟ ਬਾਅਦ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਮੈਨੂੰ ਟਾਇਲਟ ਲੈ ਜਾਣਾ, ਹਰ 15-15 ਮਿੰਟ ਬਾਅਦ ਟਾਇਲਟ ਜਾਣਾ ਤੇ ਟਾਇਲਟ ਵਿੱਚ ਸਿਰਫ ਖੂਨ ਹੀ ਖੂਨ ਹੋਣਾ, ਕੋਈ ਦਵਾਈ ਅਸਰ ਨਾ ਕਰਨੀ। ਰੋਟੀ ਜਾਂ ਕੁਝ ਹੋਰ ਸਖਤ ਖਾਣਾ ਬੰਦ ਸੀ। 3 ਵੇਲੇ ਸਿਰਫ ਖਿਚੜੀ ਖਾਣੀ ਤੇ ਉਹ ਵੀ 1 ਜਾਂ ਅੱਧੀ ਕੌਲੀ। ਪਹਿਲੇ ਚਮਚੇ ਤੋਂ ਲੈ ਕੇ ਆਖਰੀ ਚਮਚੇ ਦੌਰਾਨ 2 ਜਾਂ 3 ਵਾਰੀ ਉੱਠ ਕੇ ਟਾਇਲਟ ਜਾਣਾ। ਕਈ ਵਾਰੀ ਤਾਂ ਬਿਸਤਰੇ ਤੋਂ ਟਾਇਲਟ ਜਾਣ ਦੀ ਵਾਟ ਵੀ ਪੂਰੀ ਨਹੀਂ ਸੀ ਹੁੰਦੀ, ਕੱਪੜੇ ਲਿਬੜ ਜਾਣੇ। ਇੱਥੇ ਪੰਜਾਬ ਵਿੱਚ ਵੀ ਮੇਰੇ ਮਸੇਰ ਭਰਾ ਨੇ ਤੇ ਭਾਬੀ ਨੇ ਮੇਰੀ ਬਹੁਤ ਸੇਵਾ ਕੀਤੀ, ਜਿਵੇਂ ਰੱਬ ਮੈਨੂੰ ਦੁੱਖ ਦੇ ਕੇ ਵੀ ਮੇਰੀ ਆਪ ਸੰਭਾਲ ਕਰ ਰਿਹਾ ਸੀ। ਮੈਂ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਾ ਹੁੰਦਾ ਸੀ, ਪਰ ਕਦੇ ਨੇਮ ਨਾਲ ਪਾਠ ਨਹੀਂ ਸੀ ਕਰਦਾ। ਹਾਲਾਂਕਿ ਬੇਬੇ ਨੇ ਬਹੁਤ ਕਹਿਣਾ ਕਿ ਨੇਮ ਨਾਲ ਪਾਠ ਕਰਿਆ ਕਰ। ਬੇਬੇ ਬਾਪੂ ਦੀ ਉਦੋਂ ਤੱਕ ਦੀ ਸਾਰੀ ਕਮਾਈ ਤੇ ਅਮਰੀਕਾ ਵਿੱਚ ਦਿਹਾੜੀਆਂ ਤੇ ਮਿਹਨਤਾਂ ਨਾਲ ਕਮਾਏ ਸਾਰੇ ਡਾਲਰ ਡਾਕਟਰਾਂ ਦੀਆਂ ਜੇਬਾਂ ਵਿੱਚ ਚਲੇ ਗਏ। ਸ਼ਾਇਦ ਰੱਬ ਹਿਸਾਬ ਕਰ ਰਿਹਾ ਸੀ ਤੇ ਮੈਂ ਵਿਆਜ ਸਮੇਤ ਮੋੜ ਰਿਹਾ ਸੀ। ਮੈਨੂੰ ਪਤਾ ਨਹੀਂ ਕਿੰਨਾ ਕੁ ਗਲੂਕੋਜ਼ ਲੱਗਾ। ਕੁੱਲ ਅਰਸੇ ਦੌਰਾਨ ਕੋਈ 15 ਕੁ ਯੂਨਿਟ ਖੂਨ ਦੇ ਚੜ੍ਹੇ ਹੋਣਗੇ। ਹਰ ਮਹੀਨੇ ਹਸਪਤਾਲ ਵਿੱਚ 1-2 ਹਫ਼ਤੇ ਲਾਉਣੇ ਆਮ ਗੱਲ ਸੀ। ਜਿੰਨਾ ਮੈਂ ਕਮਜ਼ੋਰ ਹੋ ਗਿਆ ਸੀ, ਹੱਡੀਆਂ ਦੀ ਮੁੱਠ ਹੋ ਗਿਆ ਸੀ। ਉਸ ਤੋਂ ਮੇਰੇ ਰਿਸ਼ਤੇਦਾਰ ਇਹ ਸੋਚਦੇ ਕਿ ਸ਼ਾਇਦ ਇਹਨੂੰ ਕੋਈ ਨਾਮੁਰਾਦ ਬਿਮਾਰੀ ਲੱਗ ਗਈ ਹੈ। ਇੰਗਲੈਂਡ ਗਏ ਨੇ, ਜਵਾਨੀ ਦੇ ਨਸ਼ੇ ਵਿੱਚ ਕੁਝ ਗਲਤ ਕਰ ਲਿਆ ਹੋਵੇਗਾ, ਸ਼ਾਇਦ ਏਡਜ਼ ਨਾ ਹੋ ਗਈ ਹੋਵੇ। ਇਸੇ ਦੌਰਾਨ ਮੇਰੀ ਹੋਣ ਵਾਲੀ ਘਰਵਾਲੀ ਨੂੰ ਮੈਂ ਹਸਪਤਾਲ ਬਿਸਤਰੇ ਤੇ ਪਏ ਨੇ ਸਾਫ਼ ਕਿਹਾ ਕਿ ਉਹ ਮੇਰੀ ਉਡੀਕ ਨਾ ਕਰੇ। ਤਾਂ ਉਹਦਾ ਜਵਾਬ ਸੀ ਕਿ ਜੇ ਵਿਆਹ ਤੋਂ ਬਾਅਦ ਤੁਸੀਂ ਬਿਮਾਰ ਹੋ ਜਾਂਦੇ ਤਾਂ ਫਿਰ ਕੀ ਹੁੰਦਾ। ਮੈਨੂੰ ਉਸ 'ਤੇ ਬੜਾ ਮਾਣ ਹੋਇਆ ਕਿ ਅਮਰੀਕਾ ਵਿੱਚ ਰਹਿ ਕੇ ਵੀ ਕੋਈ ਇੰਨਾ ਚੰਗਾ ਹੋ ਸਕਦਾ। ਉਸੇ ਦੇ ਜ਼ੋਰ ਪਾਉਣ 'ਤੇ ਸਾਡੇ ਵਿਆਹ ਦੀ ਤਰੀਕ ਮਿੱਥੀ ਗਈ। ਵਿਆਹ ਲਈ 2007 ਦਸੰਬਰ ਵਿੱਚ ਉਹ ਪੰਜਾਬ ਆਏ। ਵਿਆਹ ਤੋਂ ਪੂਰਾ 1 ਹਫ਼ਤਾ ਪਹਿਲਾਂ ਮੈਂ ਹਸਪਤਾਲ ਵਿੱਚ ਫੇਰ ਦਾਖਲ ਸੀ। 3 ਯੂਨਿਟ ਖੂਨ ਦੇ ਲਵਾ ਕੇ ਤੁਰਨ ਜੋਗਾ ਹੋਇਆ। ਅਗਲੇ ਐਤਵਾਰ ਨਵਾਂ ਸ਼ਹਿਰ ਦੇ ਪੈਲਸ ਵਿੱਚ ਵਿਆਹ ਸੀ। ਮੈਂ ਖਾਸ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਹੋਇਆ ਸੀ ਗੁਰਦੁਆਰੇ ਤੇ ਗ੍ਰੰਥੀਆਂ ਦੇ ਰਾਗੀਆਂ ਨੂੰ ਇਹ ਪੱਕਾ ਕਰ ਦੇਣ ਕਿ ਮੈਂ ਬਹੁਤੀ ਦੇਰ ਨਹੀਂ ਬਹਿ ਸਕਦਾ, ਇਸ ਲਈ ਜ਼ਿਆਦਾ ਦੇਰ ਕੀਰਤਨ ਨਾ ਕਰਨ, ਬਸ ਲਾਵਾਂ ਕਰਵਾ ਕੇ ਮੈਨੂੰ ਤੋਰ ਦੇਣ, ਕਿਉਂਕਿ ਮੈਂ ਆਪਣੇ ਆਪ ਨੂੰ ਬਹੁਤ ਕੋਸ਼ਿਸ਼ ਕਰਕੇ ਵੀ 30-40 ਮਿੰਟ ਤੋਂ ਵੱਧ ਨਹੀਂ ਸੀ ਰੋਕ ਸਕਦਾ। ਲਾਵਾਂ ਤੇ ਬਹਿਣ ਵੇਲੇ ਮੈਂ ਆਪਣੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮਾਲਕਾ ਤੇਰੇ ਦਰ ਤੇ ਆਇਆ, ਤੂੰ ਇੱਜ਼ਤ ਰੱਖ ਲੈ, ਜਿਉਂਦਾ ਵੀ ਤੇਰਾ ਤੇ ਮਰਿਆ ਵੀ ਤੇਰਾ। ਮੇਰਾ ਵਾਹਿਗੁਰੂ ਬੇਅੰਤ ਹੈ ਤੇ ਵਾਹਿਗੁਰੂ ਬਖਸ਼ਣਹਾਰ ਵੀ ਹੈ, ਪਰ ਰੱਬ ਸੱਚਾ ਇਮਤਿਹਾਨ ਵੀ ਲੈਂਦਾ ਤੇ ਟੁਣਕਾ ਵੀ ਲੈਂਦਾ ਕਿ ਕਿਤੇ ਜਿਹੜੇ ਭਾਂਡੇ ਵਿੱਚ ਮਿਹਰਾਂ ਦੀ ਦੌਲਤ ਭਰਨੀ ਹੈ ਉਹ ਪੱਕਾ ਵੀ ਹੈ ਕਿ ਨਹੀਂ। ਸ਼ਾਇਦ ਇਹੋ ਕੁਝ ਮੇਰੇ ਨਾਲ ਹੋ ਰਿਹਾ ਸੀ ਤੇ ਕੁਝ ਹੋਣਾ ਬਾਕੀ ਸੀ। ਅਸੀਂ ਸੁਖੀ ਸੰਦੀ ਵਿਆਹ ਕੇ ਘਰ ਆ ਗਏ। ਮੇਰੇ ਬੇਬੇ ਬਾਪੂ ਅਮਰੀਕਾ ਬੈਠੇ ਵੀਜ਼ੇ ਦੀ ਮਜਬੂਰੀ ਕਰਕੇ ਵਿਆਹ 'ਤੇ ਵੀ ਨਹੀਂ ਆ ਸਕੇ ਸੀ। ਵਿਆਹ ਦੇ ਹਫ਼ਤੇ ਕੁ ਮਗਰੋਂ ਮੇਰੀ ਘਰਵਾਲੀ ਅਮਰੀਕਾ ਆ ਗਈ ਤੇ ਮੈਂ ਵਾਪਸ ਇੰਗਲੈਂਡ ਚਲਾ ਗਿਆ, ਕਿਉਂਕਿ ਇੰਗਲੈਂਡ ਵਿੱਚ ਇਲਾਜ ਮੁਫਤ ਤੇ ਵਧੀਆ ਸੀ, ਪਰ ਰਫ਼ਤਾਰ ਬਹੁਤ ਹੌਲੀ ਸੀ। 2008 ਮੈਂ ਸਾਰਾ ਇੰਗਲੈਂਡ ਰਿਹਾ ਤੇ 2009 ਵਿੱਚ ਆਪਣੀ ਘਰਵਾਲੀ ਦੇ ਕਹਿਣ 'ਤੇ ਇੰਗਲੈਂਡ ਛੱਡ ਕੇ ਅਗਸਤ ਵਿੱਚ ਪੱਕਾ ਹੀ ਪੰਜਾਬ ਆ ਗਿਆ ਤਾਂ ਕਿ ਆਪਣਾ ਅਮਰੀਕਾ ਦਾ ਵੀਜ਼ਾ ਗ੍ਰੀਨ ਕਾਰਡ ਲੈ ਕੇ ਮੈਂ ਅਮਰੀਕਾ ਪਹੁੰਚ ਜਾਵਾਂ। ਦਸੰਬਰ ਤੱਕ ਕਾਗਜ਼ਾਂ ਦੀ ਦੌੜ ਭੱਜ ਕਰਕੇ ਆਪਣਾ ਮੈਡੀਕਲ ਕਲੀਅਰ ਕਰਕੇ ਮੈਂ ਪਾਸਪੋਰਟ ਤੇ ਗ੍ਰੀਨ ਕਾਰਡ ਲਵਾ ਲਿਆ ਸੀ। ਅਲਸਰ ਕੋਈ ਐਸੀ ਬਿਮਾਰੀ ਨਹੀਂ ਜੋ ਮੈਡੀਕਲ ਵਿੱਚ ਰੁਕਾਵਟ ਬਣੇ। ਜਨਵਰੀ ਦੀ ਫਲਾਈਟ ਬੁੱਕ ਕਰਵਾ ਕੇ ਸਾਰਿਆਂ ਨੂੰ ਦੱਸ ਦਿੱਤਾ ਕਿ ਮੈਂ ਜਾ ਰਿਹਾ। ਮੇਰੀ ਫਲਾਈਟ ਮੰਗਲਵਾਰ ਦੀ ਸੀ। ਸ਼ੁੱਕਰਵਾਰ ਸ਼ਾਮ ਨੂੰ ਕੋਈ 4 ਵਜੇ ਮੈਨੂੰ ਦਿੱਲੀ ਐਮਬੈਸੀ ਤੋਂ ਫੋਨ ਆਇਆ ਕਿ ਜਿਸ ਦਿਨ ਮੇਰਾ ਵੀਜ਼ਾ ਸਟicker ਛਪਿਆ ਸੀ ਉਸ ਦਿਨ ਉਹਨਾਂ ਦੀ ਪ੍ਰਿੰਟਿੰਗ ਮਸ਼ੀਨ ਵਿੱਚ ਕੋਈ ਤਕਨੀਕੀ ਨੁਕਸ ਸੀ, ਇਸ ਲਈ ਉਸ ਦਿਨ ਛਪੇ ਸਾਰੇ ਵੀਜ਼ਿਆਂ ਵਿੱਚ ਤਕਨੀਕੀ ਮੁਸ਼ਕਲਾਂ ਹਨ। ਇਸ ਲਈ ਅੰਬੈਸੀ ਵਾਲੇ ਉਸ ਦਿਨ ਜਾਰੀ ਹੋਏ ਸਾਰੇ ਵੀਜ਼ੇ ਵਾਲਿਆਂ ਨੂੰ ਫੋਨ ਕਰਕੇ ਵਾਪਸ ਬੁਲਾ ਰਹੇ ਆ ਤਾਂ ਕਿ ਉਹਨਾਂ ਦੇ ਪਾਸਪੋਰਟ 'ਤੇ ਨਵਾਂ ਸਟicker ਛਾਪ ਕੇ ਲਾਇਆ ਜਾ ਸਕੇ। ਮੇਰੀ ਫਲਾਈਟ ਮੰਗਲਵਾਰ ਦੀ ਸੀ, ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੋਮਵਾਰ ਅੰਬੈਸੀ ਹਾਜ਼ਰ ਹੋ ਜਾਵਾਂਗਾ। ਮੈਂ ਸਾਰੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਸਮਾਨ ਪੈਕ ਕਰਕੇ ਦਿੱਲੀ ਆ ਗਿਆ ਤਾਂ ਕਿ ਸੋਮਵਾਰ ਕੰਮ ਨਿਬੇੜ ਕੇ ਮੰਗਲਵਾਰ ਉੱਥੋਂ ਦੀ ਫਲਾਈਟ ਫੜ ਲਵਾਂ। ਜਦੋਂ ਸੋਮਵਾਰ ਅੰਬੈਸੀ ਜਾ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਤਾਂ ਥੋੜ੍ਹੀ ਦੇਰ ਬਾਅਦ ਮੈਨੂੰ ਇੱਕ ਨਿੱਕੇ ਜਿਹੇ ਕਮਰੇ ਵਿੱਚ ਸੱਦਿਆ ਗਿਆ। ਉਹਨਾਂ ਨੇ ਮੇਰੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਆਖਿਰ ਵਿਆਹ ਕਿਵੇਂ ਹੋਇਆ, ਕਿੰਨੇ ਪੈਸੇ ਦਿੱਤੇ ਸੀ, ਤੇਰੇ ਬੇਬੇ ਬਾਪੂ ਅਮਰੀਕਾ ਕਿਵੇਂ ਗਏ ਸੀ ਤੇ ਹੋਰ ਬਹੁਤ ਕੁਝ।
ਮੈਂ ਇੰਤਜ਼ਾਰ ਕੀਤਾ ਤੇ ਕਿਹਾ ਕਿ ਮੇਰੀ ਇੰਟਰਵਿਊ ਪਹਿਲਾਂ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਹੀ ਵੀਜ਼ਾ ਮਿਲਿਆ। ਹੁਣ ਦੁਬਾਰਾ ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਜਦ ਤੱਕ ਤੁਸੀਂ ਮੈਨੂੰ ਇਹ ਨਹੀਂ ਦੱਸਦੇ ਕਿ ਇਹ ਪੁੱਛਗਿੱਛ ਕਿਉਂ ਹੋ ਰਹੀ ਹੈ। ਜਦੋਂ ਮੈਂ ਅੜ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਤੇਰੀ ਵਾਈਫ ਦੀ ਫੈਕਸ ਮਿਲੀ ਹੈ ਤੇ ਉਹਦੇ ਵਿੱਚ ਉਹਨੇ ਕਿਹਾ ਏ ਕਿ ਉਹ ਤੇਰੇ ਤੋਂ ਤਲਾਕ ਲੈਣ ਜਾ ਰਹੀ ਹੈ ਤੇ ਤੇਰੀ ਸਪਾਂਸਰਸ਼ਿਪ ਵਾਪਸ ਲੈਂਦੀ ਹੈ। ਇਸ ਲਈ ਅਸੀਂ ਤੇਰਾ ਵੀਜ਼ਾ ਗ੍ਰੀਨ ਕਾਰਡ ਰੱਦ ਕਰ ਰਹੇ ਹਾਂ। ਮੈਨੂੰ ਸਮਝ ਨਾ ਆਵੇ ਕਿ ਹੋ ਕੀ ਰਿਹਾ ਹੈ, ਰੋਵਾਂ ਜਾਂ ਹੱਸਾਂ। ਆਪਣਾ ਰੱਦ ਹੋਇਆ ਗ੍ਰੀਨ ਕਾਰਡ ਲੈ ਕੇ ਮੈਂ ਜਿਸ ਗੱਡੀ ਵਿੱਚ ਸਮਾਨ ਲੈ ਕੇ ਦਿੱਲੀ ਗਿਆ ਸੀ ਉਸੇ ਤੇ ਪੰਜਾਬ ਵਾਪਸ ਆ ਗਿਆ। ਵਾਪਸ ਆ ਕੇ ਦਿਲ ਤੇ ਬਹੁਤ ਬੋਝ ਲੈ ਲਿਆ। ਕਦੇ ਕਦੇ ਦਿਲ ਕਰਨਾ ਕਿ ਖੁਦਕੁਸ਼ੀ ਕਰ ਲਵਾਂ। ਘਰ ਦੇ ਨਾਲ ਜਰਨੈਲੀ ਸੜਕ ਵਗਦੀ ਹੈ। ਤਕਰੀਬਨ ਰੋਜ਼ ਹੀ ਸੜਕ ਕੰਢੇ ਜਾ ਕੇ ਖੜ ਜਾਣਾ ਕਿ ਹੁਣ ਆਉਣ ਵਾਲੇ ਅਗਲੇ ਟਰੱਕ ਥੱਲੇ ਆ ਕੇ ਟੰਟਾ ਮੁਕਾ ਦੇਣਾ। ਪਰ ਉਨੀ ਦੇਰ ਇਹ ਵੀ ਸੋਚਣਾ ਕਿ ਮਨਾ ਤੂੰ ਆਪ ਤਾਂ ਖੁਦਕੁਸ਼ੀ ਨੂੰ ਬੁਜ਼ਦਿਲੀ ਕਹਿੰਦਾ ਰਿਹਾ ਤੇ ਹੁਣ ਆਪ ਹੀ ਬੁਜ਼ਦਿਲ ਬਣ ਰਿਹਾ। ਤੂੰ ਮਾਂ ਪਿਓ ਦਾ ਕੱਲਾ ਕੱਲਾ ਪੋਤਿਆਂ, ਤੇਰੇ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਦਿੱਤਾ, ਉਹਨਾਂ ਦੀ ਸਾਰੀ ਕਮਾਈ ਉਜਾੜ ਕੇ, ਤੇ ਹੁਣ ਤੂੰ ਖੁਦਕੁਸ਼ੀ ਦਾ ਰਾਹ ਫੜੇਂਗਾ। ਇਨ੍ਹਾਂ ਸੋਚਾਂ ਵਿੱਚ ਘਿਰੇ ਨੇ ਵਾਪਸ ਆ ਜਾਣਾ। 2010 ਦੀ ਦੀਵਾਲੀ ਦੇ ਦਿਨਾਂ ਦੀ ਗੱਲ ਹੈ। ਇੱਕ ਦਿਨ ਪਤਾ ਨਹੀਂ ਮਨ ਵਿੱਚ ਕੀ ਖਿਆਲ ਆਇਆ ਤੇ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਪਿੰਡ ਜਾਣਾ ਆ, ਘੱਲੂ ਘਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ। ਗੱਡੀ ਘਰੇ ਖੜੀ ਸੀ ਤੇ 15-20 ਮਿੰਟ ਬਾਅਦ ਰੁਕ ਕੇ ਗੁਰਦਾਸਪੁਰ ਜਾਣਾ ਕੋਈ ਬੜਾ ਔਖਾ ਵੀ ਨਹੀਂ ਸੀ। ਸੋ ਮੈਂ ਆਪਣਾ ਜ਼ਰੂਰੀ ਸਮਾਨ ਤੇ ਦਵਾਈਆਂ ਲੈ ਕੇ ਪਿੰਡ ਆ ਗਿਆ। ਅਗਲੇ ਦਿਨ ਗੁਰੂ ਘਰ ਜਾ ਕੇ ਅਰਦਾਸ ਕੀਤੀ ਤੇ ਉਸ ਮਾਲਕ ਅੱਗੇ ਬੇਨਤੀ ਕੀਤੀ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ, ਪਰ ਬਹੁਤੀ ਦੇਰ ਬਹਿ ਨਹੀਂ ਸਕਦਾ। ਇੱਕ ਤਾਂ ਟਾਇਲਟ ਦਾ ਜ਼ੋਰ ਪੈਣ ਲੱਗ ਜਾਂਦਾ ਹੈ ਤੇ ਨਾਲ ਦੀ ਨਾਲ ਢਿੱਡ ਪੀੜ ਹੋਣ ਲੱਗ ਜਾਂਦੀ ਹੈ। ਸੋ ਮੇਰੇ ਵਾਹਿਗੁਰੂ, ਤੂੰ ਹੀ ਸਹਾਈ ਹੋ ਕੇ ਮੇਰੀ ਬਾਂਹ ਫੜ। ਮੈਂ ਜਦੋਂ ਬੇਬੇ ਨਾਲ ਸਲਾਹ ਕੀਤੀ ਸੀ ਤਾਂ ਬੇਬੇ ਕਹਿੰਦੀ ਕਿ ਪੁੱਤ, ਮਨ ਵਿੱਚ ਇਹ ਨਾ ਸੋਚੀ ਕਿ ਤੂੰ ਪਾਠ ਕਰਨਾ ਹੈ, ਸਗੋਂ ਇਹ ਅਰਦਾਸ ਕਰੀ ਕਿ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਤੇ ਮੇਰੇ ਕੋਲੋਂ ਪਾਠ ਦੀ ਸੇਵਾ ਲਓ। ਵਾਹਿਗੁਰੂ ਨੇ ਮੇਰੇ ਤੇ ਮਿਹਰ ਕੀਤੀ ਤੇ ਰੋਜ਼ ਗੁਰੂ ਘਰ ਜਾ ਕੇ ਅਰਦਾਸ ਕਰਕੇ ਚੌਂਕੜਾ ਮਾਰਨ ਤੇ ਸੁਖਮਨੀ ਸਾਹਿਬ ਪੜ੍ਹਨ ਜਿੰਨੀ ਤਾਕਤ ਕਿਤੋਂ ਨਾ ਕਿਤੋਂ ਇਕੱਠੀ ਹੋ ਹੀ ਜਾਣੀ। ਹੌਲੀ ਹੌਲੀ ਬਾਣੀ ਪੜ੍ਹਨ ਨਾਲ ਮਨ ਨੂੰ ਵੀ ਧਰਵਾਸ ਆਉਣਾ ਸ਼ੁਰੂ ਹੋਇਆ। ਉਸ ਅਕਾਲ ਪੁਰਖ ਪ੍ਰਤੀ ਜਿਹੜੇ ਗਿਲੇ ਸ਼ਿਕਵੇ ਮਨ ਵਿੱਚ ਹੋਏ ਸਨ ਉਹ ਵੀ ਦੂਰ ਹੋ ਗਏ ਤੇ ਮੈਨੂੰ ਉਹ ਦਵਾਈ ਜਿਹੜੀ ਮੈਂ ਕਈ ਸਾਲਾਂ ਤੋਂ ਖਾ ਰਿਹਾ ਸੀ ਥੋੜਾ ਥੋੜਾ ਅਸਰ ਕਰਨ ਲੱਗ ਪਈ ਸੀ। ਵਾਹਿਗੁਰੂ ਤੇ ਭਰੋਸਾ ਪੱਕਾ ਹੋਣ ਤੋਂ ਬਾਅਦ ਮੇਰੇ ਦਿਨ ਫਿਰਨ ਲੱਗੇ। 2013 ਵਿੱਚ ਜਦੋਂ ਮੈਂ ਥੋੜਾ ਤੁਰਨ ਫਿਰਨ ਜੋਗਾ ਹੋਇਆ, ਹੁਣ ਮੈਨੂੰ ਇਹ ਫਿਕਰ ਸੀ ਕਿ ਮੈਂ ਕਮਾਵਾਂਗਾ ਕੀ ਤੇ ਖਾਵਾਂਗਾ ਕੀ। ਸਾਰੀ ਉਮਰ ਬੇਬੇ ਬਾਪੂ ਤੇ ਬੋਝ ਬਣ ਕੇ ਵੀ ਮੈਂ ਨਹੀਂ ਸੀ ਰਹਿ ਸਕਦਾ। ਭਾਰਾ ਕੰਮ ਮੇਰੇ ਕੋਲੋਂ ਕੋਈ ਹੋਣਾ ਨਹੀਂ ਸੀ ਤੇ ਅਫਸਰੀ ਦੀ ਕੁਰਸੀ ਵਾਲੇ ਕੰਮ ਦਾ ਕੋਈ ਤਜਰਬਾ ਨਹੀਂ ਸੀ। 2013 ਦੀ ਅਪ੍ਰੈਲ ਦੀ ਗੱਲ ਹੈ, ਜਦੋਂ ਕੈਨੇਡਾ ਰਹਿੰਦੇ ਮੇਰੇ ਇੱਕ ਪੁਰਾਣੇ ਜਮਾਤੀ ਦੋਸਤ ਦਾ ਫੋਨ ਆਇਆ। ਉਹਨੇ ਮੈਨੂੰ ਅਮਰੀਕਾ ਦੀ ਇੱਕ ਸੌਫਟਵੇਅਰ ਕੰਪਨੀ ਵਿੱਚ ਨੌਕਰੀ ਲਈ ਅਰਜ਼ੀ ਦੇਣ ਲਈ ਕਿਹਾ। ਉਹ ਨੌਕਰੀ ਮੁੰਬਈ ਵੱਲ ਇੱਕ ਮਸ਼ਹੂਰ ਸ਼ਹਿਰ ਵਿੱਚ ਸੀ। ਮੈਨੂੰ ਲੱਗਦਾ ਸੀ ਕਿ ਬਿਨਾਂ ਕਿਸੇ ਖਾਸ ਤਜਰਬੇ ਦੇ ਮੇਰਾ ਕੋਈ ਐਡੀ ਵੱਡੀ ਕੰਪਨੀ ਵਿੱਚ ਕੰਮ ਨਹੀਂ ਲੱਗ ਸਕਦਾ, ਪਰ ਉਹਦੇ ਕਹਿਣ ਤੇ ਮੈਂ ਨੌਕਰੀ ਦੀ ਅਰਜ਼ੀ ਭਰ ਦਿੱਤੀ। ਵਾਹਿਗੁਰੂ ਨੇ ਕਿਰਪਾ ਕੀਤੀ ਤੇ ਮੈਨੂੰ ਉਹ ਨੌਕਰੀ 4,85,000 ਸਾਲਾਨਾ ਪੈਕੇਜ ਤੇ ਮਿਲ ਗਈ। ਮੇਰੀ ਇੰਟਰਵਿਊ ਤੋਂ ਕੁਝ ਦਿਨ ਪਹਿਲਾਂ ਮੇਰੇ ਬੇਬੇ ਬਾਪੂ ਨੂੰ ਅਮਰੀਕਾ ਦੀ ਨਾਗਰਿਕਤਾ ਵੀ ਮਿਲ ਗਈ ਤੇ ਉਹ ਵੀ ਪੰਜਾਬ ਮੈਨੂੰ ਤਕਰੀਬਨ 7-8 ਸਾਲਾਂ ਬਾਅਦ ਆ ਕੇ ਮਿਲੇ। ਮਹੀਨੇ ਕੁ ਬਾਅਦ ਮਈ 2013 ਵਿੱਚ ਉਹ ਅਮਰੀਕਾ ਆ ਗਏ ਤੇ ਮੈਂ ਨੌਕਰੀ ਲਈ ਪੰਜਾਬ ਛੱਡ ਕੇ ਉਸ ਦੱਖਣੀ ਸ਼ਹਿਰ ਆ ਗਿਆ। ਨਵੀਂ ਥਾਂ ਆ ਕੇ ਰਹਿਣ ਸਹਿਣ ਬਦਲਿਆ, ਆਦਤਾਂ ਬਦਲੀਆਂ ਤੇ ਸਵੇਰੇ ਉੱਠ ਕੇ ਪਾਠ ਕਰਨਾ ਸ਼ੁਰੂ ਕੀਤਾ। ਮੇਰੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ। ਸਾਲ ਦੇ ਅਖੀਰ ਤੱਕ ਕਾਫੀ ਫਰਕ ਸੀ। ਨਵਾਂ ਸਾਲ ਚੜ੍ਹਦਿਆਂ ਹੀ ਮੇਰੀ ਕੈਨੇਡਾ ਦੀ ਪੁਆਇੰਟ ਸਿਸਟਮ ਤੇ ਪਾਈ ਗਈ PR ਦੀ ਅਰਜ਼ੀ ਤੇ ਸੁਣਵਾਈ ਹੋ ਗਈ ਤੇ ਮਾਰਚ ਵਿੱਚ ਮੈਂ ਕੈਨੇਡਾ ਆ ਗਿਆ। ਅੱਜ ਮੈਨੂੰ ਕੈਨੇਡਾ ਆਏ ਨੂੰ 5 ਸਾਲ ਤੋਂ ਉੱਤੇ ਹੋ ਚੱਲੇ ਆ। ਵਾਹਿਗੁਰੂ ਦੀ ਮਿਹਰ ਨਾਲ ਸਿਟੀਜ਼ਨ ਵੀ ਹੋ ਗਿਆ ਤੇ ਪਿਛਲੇ ਸਾਲ ਦੁਬਾਰਾ ਵਿਆਹ ਵੀ ਹੋ ਗਿਆ। ਜ਼ਿੰਦਗੀ ਬਹੁਤ ਵਧੀਆ ਤੁਰ ਪਈ ਹੈ। ਇਸ ਸਾਰੀ ਰਾਮ ਕਹਾਣੀ ਨੂੰ ਸੁਣਾਉਣ ਦਾ ਮੇਰਾ ਮਤਲਬ ਇਹ ਸੀ ਕਿ ਜ਼ਿੰਦਗੀ ਵਿੱਚ ਔਕੜਾਂ ਬਹੁਤ ਆਉਂਦੀਆਂ ਨੇ। ਹਰ ਇੱਕ ਨੂੰ ਵੱਖਰੀ ਔਕੜ ਆਉਂਦੀ ਹੈ ਤੇ ਜੇ ਤੁਸੀਂ ਆਪਣੇ ਰੱਬ ਤੇ ਵਿਸ਼ਵਾਸ ਰੱਖਦੇ ਹੋ ਤਾਂ ਰੱਬ ਤੁਹਾਨੂੰ ਉਹਨਾਂ ਔਕੜਾਂ ਨਾਲ ਜੂਝਣ ਦਾ ਜਿਗਰਾ ਤੇ ਸਬਰ ਵੀ ਬਖਸ਼ਦਾ ਹੈ। ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਜਦੋਂ ਆ ਜਾਏ ਤਾਂ ਫਿਰ ਦੁੱਖ ਵੀ ਉਹਦੇ ਹੀ ਹੁੰਦੇ ਆ ਤੇ ਸੁੱਖ ਵੀ। ਗੱਲ ਮੰਨਣ ਦੀ ਹੈ। ਪਰ ਜੇ ਤੁਸੀਂ ਸੋਚੋ ਕਿ ਰੱਬ ਇੱਕ ਪੁਰਾਣਾ ਖਿਆਲ ਆ ਜਾਂ ਵੇਲਾ ਵਿਆਹ ਚੁੱਕਾ ਕੋਈ ਸਿਧਾਂਤ ਆ
ਤੇ ਤੁਸੀਂ ਨਵੇਂ ਇਨਕਲਾਬੀ ਉਸ ਪੁਰਾਣੇ ਸਿਧਾਂਤ ਨੂੰ ਬਦਲ ਕੇ ਕੋਈ ਨਵਾਂ ਸਿਧਾਂਤ ਘੜ ਲਓਗੇ ਤਾਂ ਤੁਹਾਡੀ ਖੁਸ਼ਫਹਿਮੀ ਆ। ਚੰਗਾ ਹੈ ਕਿ ਤੁਸੀਂ ਆਪਣੇ ਆਪ ਨੂੰ ਰੱਬ ਦੀ ਰਜ਼ਾ ਵਿੱਚ ਢਾਲ ਲਓ, ਨਾ ਕਿ ਇਹ ਕੋਸ਼ਿਸ਼ ਕਰੋ ਕਿ ਰੱਬ ਨੂੰ ਆਪਣੀ ਸਹੂਲਤ ਮੁਤਾਬਕ ਚਲਾ ਲਵਾਂਗੇ। ਰੱਬ ਦੇ ਸ਼ਰੀਕ ਨਾ ਬਣੋ, ਨਿਮਾਣੇ ਹੋ ਕੇ ਭਾਣਾ ਮੰਨੋ ਤੇ ਰਜ਼ਾ ਵਿੱਚ ਰਾਜ਼ੀ ਰਹੋ। ਉਹ ਤੁਹਾਨੂੰ ਹਿੰਮਤ ਵੀ ਬਖਸ਼ੇਗਾ ਤੇ ਹੌਸਲਾ ਵੀ। ਜੇ ਤੁਸੀਂ ਰੱਬ ਦੇ ਹੋ ਜਾਵੋਗੇ ਤਾਂ ਉਹਦੇ ਦਿੱਤੇ ਦੁੱਖ ਸੁੱਖ ਵੀ ਚੁਭਣਗੇ ਨਹੀਂ। ਪਰ ਜੇ ਕਹੋ ਕਿ ਆਪਣੀ ਸਹੂਲਤ ਲਈ ਗੁਰਦੁਆਰੇ ਬਹਿਣ ਲਈ ਕੁਰਸੀ ਚਾਹੀਦੀ ਆ, ਤਾਂ ਫਿਰ ਤੁਸੀਂ ਆਪਣੀ ਸਹੂਲਤ ਦੇ ਗੁਲਾਮ ਹੋ ਚੁੱਕੇ ਹੋ ਤੇ ਤੁਹਾਡੇ ਸਰੀਰ ਨੂੰ ਜੰਗਾਲ ਲੱਗ ਚੁੱਕਾ ਹੈ। ਤੇ ਯਾਦ ਰੱਖਿਓ, ਜੰਗਾਲੇ ਸਰੀਰ ਕਦੇ ਵੀ ਜ਼ਿੰਮੇਵਾਰੀ ਵਾਲਾ ਕੋਈ ਭਾਰ ਨਹੀਂ ਚੁੱਕ ਸਕਦੇ। ਇਸ ਵੀਰ ਦੀ ਕਹਾਣੀ ਤੋਂ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ। ਜੇ ਤੁਹਾਨੂੰ ਵੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ।